श्री नानक पद पंकज बंदन पद पंकज बंदन सिमरो अंगद दोख निकंदना अमरदास गुर हृदय त्यागो हृदय त्यागो श्री गुरु रामदास गुण गावो श्री अर्जन विघ्नन के नाशक विघ्नन के नाशक हर गोबिंद शुभ सुमत प्रकाशक श्री हर राय नमो कर जोरी नमो कर जोरी गुरु हर कृष्ण मनाए भोरी तेग बहादुर परम कृपाला जी परम कृपाला श्री गुरु गोबिंद सिंह विसाला तरों तरा पर पुन पुन सीसा जी पुन पुन सीसा बंदों बार बार जगदीशा जिसमें है अमृत ज्ञान है मानक भगत बैराग श्री गुरु ग्रंथ साहिब उदद बंदों कर अनुराग एक ओंकारा सतगुरु तेह प्रसाद सत होए वाहिगुरु जी की फतेह विघ्न विनाशन सोए वाहिगुरु जी की फतेह विघ्न विनाशन सोए चौपई अस प्रकार कश समा बितायो मिलन हेत तब मूला आयो जुग जुग अटल साहिब श्री गुरु ग्रंथ साहिब जी महाराज जी की पावन पवित्र हजूरी अंदर जुड़ गए बैठे सत्कार जो सत्संगी जनों दोवें हाथ जोड़ के फतेह प्रवान करो आखो जी वाहिगुरु जी का खालसा वाहिगुरु जी की फतेह। सतगुरां जी की अपार बख्शिश हुई है कि जिथे असीं रोजाना सतगुरां जी की अमृतमय बाणी का रस भिन्ना कीर्तन सरवण करके आनंद माणते हाँ उत्थे ही सतगुरु जी की अपार बख्शिश के सदका असीं जो रोजाना लड़ीवार कथा विचारा सरवण करते हाँ धन गुरु नानक साहिब जी महाराज जी के जीवन के बाबत जो कवि संतोख सिंह जी चूड़ामणी जी ने इतिहास लिखिया है श्री गुरु प्रताप सूरज ग्रंथ के विचों श्री गुरु नानक प्रकाश के पूर्व अध्याय 24वें की असी कल के दीवाना अंदर समाप्ति कर चुके हाँ अज के इन्हां पावन दीवाना के अंदर असी 5वें अध्याय की आरंभता करांगे जिसका सरलेख कवि संतोख सिंह जी ने इंज लिखा है कि मूले अते चंदो राणी का आके गुस्सा होना। मूला भाई मूला जी जो बेबे सुलखनी जी के पिता जी ने ते बीबी चंदो राणी जी जो बेबे सुलखनी जी के माता जी ने इन्हां दोवां दे बाबत इस प्रसंग के अंदर असी विचारा सरवण करांगे। आओ अध्याय की आरंभता करन तो पहला धन गुरु नानक साहिब जी महाराज जी के चरणों के सिजदा करदे होया अपनी रसना तो उच्चारण करिए जी धन धन साहिब श्री गुरु नानक साहिब जी महाराज
ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ। ਚੌਪਈ। ਅਸ ਪ੍ਰਕਾਰ ਕਛ ਸਮਾਂ ਬਿਤਾਇਓ, ਮਿਲਨ ਹੇਤ ਤਬ ਮੂਲਾ ਆਇਓ। ਹੁਣ ਬੇਬੇ ਸੁਲੱਖਣੀ ਜੀ ਜਦੋਂ ਸੁਲਤਾਨਪੁਰ ਦੀ ਧਰਤੀ ਦੇ ਉੱਤੇ ਆ ਕੇ ਰਹਿਣਾ ਕਰਦੇ ਨੇ, ਜਿੱਥੇ ਬੇਬੇ ਨਾਨਕੀ ਜੀ, ਭਾਈ ਜੈ ਰਾਮ ਜੀ ਵੀ ਸੁਲਤਾਨਪੁਰ ਦੀ ਧਰਤੀ ਉੱਤੇ ਰਹਿੰਦੇ ਨੇ, ਉੱਥੇ ਹੀ ਬੇਬੇ ਸੁਲੱਖਣੀ ਜੀ ਵੀ ਇਸ ਨਗਰ ਦੇ ਵਿੱਚ ਆ ਕੇ ਵਸਦੇ ਨੇ ਤੇ ਆਪਣੇ ਰੋਜ਼ਾਨਾ ਦਾ ਕੰਮਕਾਜ ਸੰਭਾਲਦੇ ਨੇ, ਘਰ-ਬਾਰ ਦੇਖਦੇ ਨੇ। ਤੇ ਉੱਥੇ ਹੀ ਸੁਲਤਾਨਪੁਰ ਦੀ ਧਰਤੀ ਦੇ ਉੱਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਪਣੇ ਮੋਦੀਖਾਨੇ ਦਾ ਕੰਮਕਾਜ ਵੀ ਚਲਾ ਰਹੇ ਨੇ। ਤੇ ਬੇਬੇ ਸੁਲੱਖਣੀ ਜੀ ਬੇਬੇ ਨਾਨਕੀ ਜੀ ਨਾਲ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਤੀ ਵਿਚਾਰ ਚਰਚਾ ਵੀ ਕਰਦੇ ਨੇ। ਤੇ ਫਿਰ ਬੇਬੇ ਨਾਨਕੀ ਜੀ ਦੇ ਵੱਲੋਂ ਬੇਬੇ ਸੁਲੱਖਣੀ ਜੀ ਨੂੰ ਸਮਝਾਇਆ ਜਾਂਦਾ ਤੇ ਬੇਬੇ ਸੁਲੱਖਣੀ ਜੀ ਉਸ ਵਿਚਾਰ ਨੂੰ ਸੱਤ ਕਰਕੇ ਮੰਨਦੇ ਨੇ ਤੇ ਆਪਣਾ ਸਮਾਂ ਬਤੀਤ ਕਰਦੇ ਨੇ। ਹੁਣ ਭਾਈ ਬਾਲਾ ਜੀ ਜੋ ਧੰਨ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਨੂੰ ਕਥਾ ਸੁਣਾਉਣਾ ਕਰਦੇ ਨੇ, ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਜੀਵਨ ਦੇ ਪ੍ਰਸੰਗ ਦੇ ਨਾਲ ਸਾਂਝਾ ਪਾਉਂਦੇ ਨੇ। ਤੇ ਇਸੇ ਤਰ੍ਹਾਂ ਹੁਣ ਅਗਲੇ ਪ੍ਰਸੰਗ ਦੇ ਵਿੱਚ ਭਾਈ ਬਾਲਾ ਜੀ ਆਖਦੇ ਨੇ, ਅਸ ਪ੍ਰਕਾਰ ਕਛ ਸਮਾਂ ਬਿਤਾਇਓ। ਹੇ ਧੰਨ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਹੋ, ਵੀ ਇਸ ਤਰ੍ਹਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਕੁਝ ਸਮਾਂ ਬਤੀਤ ਕੀਤਾ ਹੈ, ਮਿਲਣ ਹੇਤ ਤਬ ਮੂਲਾ ਆਇਓ। ਤੇ ਇਸੇ ਤਰ੍ਹਾਂ ਬੇਬੇ ਸੁਲੱਖਣੀ ਜੀ ਵੀ ਉਸ ਸੁਲਤਾਨਪੁਰ ਦੀ ਧਰਤੀ ਦੇ ਉੱਤੇ ਰਹਿ ਕੇ ਸਮਾਂ ਬਤੀਤ ਕਰਦੇ ਨੇ ਤੇ ਉਸੇ ਅਸਥਾਨ ਦੇ ਉੱਤੇ ਆ ਕੇ ਹੁਣ ਭਾਈ ਮੂਲ ਚੰਦ ਜੀ ਆਪਣੀ ਪੁੱਤਰੀ ਨੂੰ ਮਿਲਣ ਦੇ ਵਾਸਤੇ ਆਉਂਦੇ ਹਨ। ਸਦਨ ਸੁਤਾ ਕੇ ਪ੍ਰਵਸਿਓ ਜਬ ਹੀ, ਉਮਗਿਓ ਨੇਕ ਅਦਕ ਮਨ ਤਬ ਹੀ। ਤੇ ਜਦੋਂ ਭਾਈ ਮੂਲ ਚੰਦ ਜੀ ਸੁਲਤਾਨਪੁਰ ਦੀ ਧਰਤੀ ਦੇ ਉੱਤੇ ਆਪਣੀ ਪੁੱਤਰੀ ਦੇ ਘਰ ਅੰਦਰ ਪਹੁੰਚਦੇ ਨੇ ਤੇ ਉੱਥੇ ਜਦੋਂ ਪਹੁੰਚਦੇ ਨੇ ਤਾਂ ਮਨ ਦੇ ਵਿੱਚ ਆਪਣੀ ਪੁੱਤਰੀ ਦੇ ਪ੍ਰਤੀ ਬੜਾ ਹੀ ਪਿਆਰ ਪੈਦਾ ਹੁੰਦਾ ਹੈ। ਉਠੀ ਸੁਲੱਖਣੀ ਲੋਚਨ ਨੀਰਾ, ਪਰ ਆਵਾ ਉਰ ਭਈ ਅਧੀਰਾ। ਤੇ ਜਦੋਂ ਬੇਬੇ ਸੁਲੱਖਣੀ ਜੀ ਨੂੰ ਪਤਾ ਲੱਗਦਾ ਕਿ ਮੇਰੇ ਪਿਤਾ ਜੀ ਮਿਲਣ ਦੇ ਵਾਸਤੇ ਆਏ ਨੇ, ਤਾਂ ਬੇਬੇ ਸੁਲੱਖਣੀ ਜੀ ਦੀਆਂ ਅੱਖਾਂ ਦੇ ਵਿੱਚੋਂ ਕਹਿੰਦੇ ਨੇ ਨੀਰ ਵਗ ਪਿਆ, ਅੱਖਾਂ ਦੇ ਵਿੱਚ ਹੰਝੂ ਆ ਗਏ ਨੇ ਤੇ ਮਨ ਵੀ ਭਰ ਆਇਆ ਹੈ। ਇਸੇ ਤਰ੍ਹਾਂ ਹੁਣ ਬੇਬੇ ਸੁਲੱਖਣੀ ਜੀ ਨੇ ਅੱਖਾਂ ਦੇ ਵਿੱਚ ਹੰਝੂ ਆਉਣੇ ਸ਼ੁਰੂ ਹੋ ਗਏ ਹਨ। ਪਿਤ ਸੋ ਮਿਲ ਰੋਵਨ ਬਹੁ ਲਾਗੀ, ਮਨ ਦੁਖ ਤੇ ਜਨ ਕਰੁਣਾ ਪਾਗੀ। ਇਸੇ ਤਰ੍ਹਾਂ ਬੇਬੇ ਸੁਲੱਖਣੀ ਜੀ ਆਪਣੇ ਪਿਤਾ ਜੀ ਨੂੰ ਮਿਲਦੇ ਨੇ ਤੇ ਪਿਤਾ ਨੂੰ ਮਿਲ ਕੇ ਜਿੱਥੇ ਨਮਸਕਾਰਾਂ ਕਰਦੇ ਨੇ ਤੇ ਨਾਲ ਹੀ ਨਾਲ ਫਿਰ ਬੇਬੇ ਸੁਲੱਖਣੀ ਜੀ ਨੇ ਰੋਣਾ ਸ਼ੁਰੂ ਕਰ ਦਿੱਤਾ। ਤੇ ਇਸੇ ਤਰ੍ਹਾਂ ਕਰੁਣਾ ਰਸ ਦੇ ਵਿੱਚ ਬੇਬੇ ਸੁਲੱਖਣੀ ਜੀ ਡੁੱਬ ਗਏ ਹਨ। ਅਸਰੂ ਭਾਤ ਸੋ ਚੀਰ ਭਿਗੋਵਾ, ਜਨ ਦੁਖ ਆਪਣੋ ਮਲ ਮਲ ਧੋਵਾ। ਤੇ ਕਹਿੰਦੇ ਬੇਬੇ ਸੁਲੱਖਣੀ ਜੀ ਜਿਸ ਤਰ੍ਹਾਂ ਹੀ ਰੋ ਰਹੇ ਨੇ ਨਾ, ਅੱਖਾਂ ਦੇ ਵਿੱਚ ਹੰਝੂ ਡਿੱਗ ਰਹੇ ਨੇ ਤੇ ਉਹਨਾਂ ਹੰਝੂ ਡਿੱਗਣ ਦੇ ਨਾਲ ਜਿਹੜੇ ਬਸਤਰ ਬੇਬੇ ਸੁਲੱਖਣੀ ਜੀ ਨੇ ਪਹਿਨੇ ਹੋਏ ਨੇ ਨਾ, ਉਹ ਸਾਰੇ ਬਸਤਰ ਹੰਝੂਆਂ ਦੇ ਨਾਲ ਗਿੱਲੇ ਹੋ ਗਏ ਨੇ। ਤੇ ਕਹਿੰਦੇ ਮਾਨੋ ਇੰਝ ਪ੍ਰਤੀਤ ਹੋ ਰਿਹਾ ਕਿ ਬੇਬੇ ਸੁਲੱਖਣੀ ਜੀ ਰੋ ਰੋ ਕੇ ਆਪਣੇ ਪਿਤਾ ਦੇ ਅੱਗੇ ਆਪਣੇ ਦੁੱਖਾਂ ਨੂੰ ਮਲ ਮਲ ਕੇ ਧੋ ਰਹੇ ਹਨ। ਬਹੁਰ ਭੈਸ ਕਰ ਪਿਤਾ ਵਿਸਾਵਾ, ਨਿਜ ਦੁਖ ਕਰਮ ਕਰਮ ਸਭੈ ਸੁਨਾਵਾ। ਤੇ ਫਿਰ ਇਸੇ ਤਰ੍ਹਾਂ ਹੁਣ ਬੇਬੇ ਸੁਲੱਖਣੀ ਜੀ ਨੇ ਜਿੱਥੇ ਆਪਣੇ ਪਿਤਾ ਦੇ ਗਲ ਲੱਗ ਕੇ ਰੋਣਾ ਸ਼ੁਰੂ ਕੀਤਾ ਤੇ ਫਿਰ ਆਪਣੇ ਪਿਤਾ ਜੀ ਨੂੰ ਕਹਿੰਦੇ ਆਪਣੇ ਘਰ ਦੇ ਵਿੱਚ ਬਿਠਾਇਆ ਤੇ ਹੌਲੀ ਹੌਲੀ ਜਿੱਥੇ ਨਾਲ ਨਾਲ ਰੋ ਰਹੇ ਨੇ ਤੇ ਹੌਲੀ ਹੌਲੀ ਸਾਰਾ ਰੋਣ ਦਾ ਕਾਰਨ ਵੀ ਆਪਣੇ ਪਿਤਾ ਜੀ ਨੂੰ ਦੱਸ ਰਹੇ ਹਨ। ਮੋਚਤ ਲੋਚਨ ਬੂੰਦਨ ਨੀਰਾ, ਕਹਿਤ ਬਚਨ ਕੋ ਹੋਤ ਅਧੀਰਾ। ਤੇ ਇਸੇ ਤਰ੍ਹਾਂ ਹੁਣ ਬੇਬੇ ਸੁਲੱਖਣੀ ਜੀ ਹੌਸਲਾ ਰਹਿਤ ਹੋ ਕੇ ਬਚਨ ਕਹਿ ਰਹੇ ਨੇ, ਭਾਵ ਹੌਸਲਾ ਨਹੀਂ ਪੈ ਰਿਹਾ ਉਹਨਾਂ ਦੇ ਕੋਲ। ਜੋ ਕੁਝ ਵੀ ਆਪਣੇ ਪਿਤਾ ਜੀ ਨੂੰ ਦੱਸਣਾ ਕਰ ਰਹੇ ਨੇ ਨਾ, ਉਹਨਾਂ ਦੇ ਕੋਲ ਹਿੰਮਤ ਨਹੀਂ ਪੈ ਰਹੀ ਵੀ ਕਿਸੇ ਵੀ ਤਰੀਕੇ ਦੇ ਨਾਲ ਬੋਲ ਕੇ ਸਾਰਾ ਕੁਝ ਬਿਆਨ ਕੀਤਾ ਜਾਵੇ। ਸੁਣ ਪਿਤ ਭਲੇ ਸੰਗ ਹੌਲਾਈ, ਜਿਹ ਨਿਕੇਤ ਕੀ ਚਿੰਤ ਨ ਕਹੀ। ਜਿਵੇਂ ਪਿਛਲੇ ਪ੍ਰਸੰਗ ਦੇ ਵਿੱਚ ਵੀ ਵਿਚਾਰ ਸਰਵਣ ਕਰ ਚੁੱਕੇ ਆ
कि जिथे नगर के लोग धन गुरु नानक साहब जी महाराज जी की वडियाई भी करते हैं ना, जिन्हां लोगों का भला हुंदा है, वो धन गुरु नानक साहब जी महाराज जी की सिफत करते हैं, जस गाउंदे ने। उत्थे जिन्हां लोगों की दुकानदारी नूं सट वजी, जिन्हां लोगों के बाज उगड़ गए ने, तो फिर वो लोग धन गुरु नानक साहब जी महाराज जी के प्रति अपने मन के विच ईरखा भी भरते हैं। उन्होंने अपने मन के विच ईरखा भी पैदा की हुई। गाहे बगाहे नवाब दौलत खां लोधी कोल भी जाके निंदिया चुगली करते हैं। हुण इन्हां लोगों ने आके हुण जिहड़े बेबे सुलखणी जी नवां घर वसाउणा होया ते सुल्तानपुर की धरती के उत्ते भी नगर दे विच नवें ही रह रहे हैं, ते उन्हां नगर के लोगों ने जिहड़े निंदिया चुगली करते हैं आके किते ना किते बेबे सुलखणी जी दे कोल भी वो गल्लां करनियां शुरू कर दित्तियां। ते इसे तरह हुण बेबे सुलखणी जी ने वो सारी दास्तान अपने पिता जी के नाल साझी की है, ते फिर रो रो के वो सारी विचार अपने पिता जी नूं दसना करते हन। कर संबंध डोब तुम दीनी, पूर्व जन्म कर्म मैहीनी। ते फिर बेबे सुलखणी जी आखदे ने, कहंदे दुनिया के लोगों की ये गल्लां सुन के ना, ਜਿਹੜੀ ਇਹ ਨਿੰਦਿਆ ਚੁਗਲੀ ਕਰਦੇ ਨੇ ਜਾਂ ਜੋ ਆਪਣੇ ਕੋਲੋਂ ਮਨ ਘੜਤ ਗੱਲਾਂ ਕਰਕੇ ਸਮਾਜ ਦੇ ਵਿੱਚ ਇਹ ਗੱਲਾਂ ਫੈਲਾਉਣ ਦਾ ਯਤਨ ਕਰਦੇ ਨੇ ਨਾ, ਕਹਿੰਦੇ ਮੈਨੂੰ ਤਾਂ ਇੰਜ ਪ੍ਰਤੀਤ ਹੋ ਰਿਹਾ ਵੀ ਮੈਂ ਪਿਛਲੇ ਕਰਮਾਂ ਦੇ ਵਿੱਚ ਕੋਈ ਮਾੜੇ ਕੰਮ ਕੀਤੇ ਹੋਣਗੇ ਪਿਛਲੇ ਜਨਮਾਂ ਦੇ ਵਿੱਚ, ਜਿਸ ਕਰਕੇ ਮੈਨੂੰ ਇਸ ਜਨਮ ਦੇ ਵਿੱਚ ਇਹ ਸਭ ਕੁਝ ਸੁਣਨਾ ਪੈ ਰਿਹਾ ਹੈ। ਮਾਸ ਏਕ ਦੋ ਬਹਿਰ ਬਿਤਾਵੇ, ਕਬ ਨਾ ਸਦਨ ਮਹਿ ਬਦਨ ਦਿਖਾਵੇ। ਤੇ ਕਹਿੰਦੇ ਮੈਨੂੰ 1-2 ਮਹੀਨੇ ਇੱਥੇ ਆਇਆ ਨੂੰ ਹੋ ਗਏ ਨੇ, ਪਰ ਕਹਿੰਦੇ ਜ਼ਿਆਦਾਤਰ ਸਮਾਂ ਇਹ ਵੀ ਦੁਕਾਨ ਦੇ ਉੱਤੇ ਹੀ ਬਿਤਾਉਂਦੇ ਨੇ। ਇਹ ਆਪਣੇ ਵੱਲੋਂ ਤਾਂ ਸਮਾਜ ਦਾ ਭਲਾ ਕਰਦੇ ਨੇ, ਸਮਾਜ ਦੇ ਵਿੱਚ ਚੰਗੇ ਕਾਰਜ ਕਰ ਰਹੇ ਨੇ, ਪਰ ਜਿਨ੍ਹਾਂ ਦੀ ਖਾਤਰ ਇਹ ਘਰ ਵੀ ਕਦੇ-ਕਦੇ ਆਉਂਦੇ ਨੇ, ਜ਼ਿਆਦਾ ਸਮਾਂ ਮੋਦੀ ਖਾਨੇ ਦੇ ਵਿੱਚ ਬਤੀਤ ਕਰਦੇ ਨੇ ਨਾ, ਉਹੀ ਲੋਕ ਇਹਨਾਂ ਦੀ ਨਿੰਦਿਆ ਕਰਦੇ ਨੇ, ਉਹੀ ਲੋਕ ਇਹਨਾਂ ਦੀਆਂ ਬੁਰਾਈਆਂ ਕਰਦੇ ਹਨ। ਜੋ ਨਿਸ ਵਸੈ ਆਣ ਪਰਦੇਸੀ, ਉਰ ਨਿਰਮੋਹ ਰੀਤ ਤਹਿ ਤੈਸੀ। ਤੇ ਕਹਿੰਦੇ ਜਿਵੇਂ ਕੋਈ ਪਰਦੇਸੀ ਬਹੁਤ ਲੰਮੇ ਸਮੇਂ ਤੋਂ ਬਾਅਦ ਆਪਣੇ ਘਰ ਦੇ ਵਿੱਚ ਕਿਤੇ ਛੁੱਟੀ ਕੱਟਣ ਆ ਜਾਵੇ ਨਾ, ਕਹਿੰਦੇ ਇਹ ਮੈਨੂੰ ਵੀ ਇੰਜ ਪ੍ਰਤੀਤ ਹੋ ਰਿਹਾ ਵੀ ਇਹ ਵੀ ਕੋਈ ਪਰਦੇਸੀ ਨੇ। ਇਹ ਬੇਬੇ ਸੁਲੱਖਣੀ ਜੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਤੀ ਵਚਨ ਕਰਦੇ ਨੇ। ਕਹਿੰਦੇ ਇਹ ਮੋਦੀ ਖਾਨੇ ਦੇ ਵਿੱਚ ਸਮਾਂ ਬਤੀਤ ਕਰਦੇ ਨੇ, ਪਰ ਘਰ ਦੇ ਵਿੱਚ ਕਦੇ ਕਦਾਈ ਆਉਂਦੇ ਨੇ, ਤੇ ਕਹਿੰਦੇ ਆਉਂਦੇ ਵੀ ਇੰਜ ਨੇ ਜਿਵੇਂ ਕੋਈ ਪਰਦੇਸੀਆਂ ਵਾਲੀ ਰੀਤ ਹੋਵੇ। ਅਨਗਣ ਧਨ ਆਪਣ ਪਰ ਆਵੇ, ਸਰਵ ਸਦਨ ਤੇ ਬਹਿਰ ਲੁਟਾਵੇ। ਤੇ ਕਹਿੰਦੇ ਹੱਟੀ ਦੇ ਉੱਤੇ ਅਨੇਕਾਂ ਅਣਗਿਣਤ ਹੀ ਧਨ ਆਉਂਦਾ ਹੈ, ਅਨੇਕਾਂ ਤਰ੍ਹਾਂ ਦੇ ਭੰਡਾਰ ਨੇ, ਤੇ ਬਹੁਤ ਵਿਸ਼ਾਲ ਧਨ ਆਉਂਦਾ ਹੈ। ਤੇ ਕਹਿੰਦੇ ਉਹ ਸਾਰਾ ਧਨ ਗਰੀਬਾਂ ਦੇ ਵਿੱਚ ਵੰਡ ਆਉਂਦੇ ਨੇ। ਤੇ ਕਹਿੰਦੇ ਫਿਰ ਉਹੀ ਲੋਕ ਕਿਤੇ ਨਾ ਕਿਤੇ ਇਹਨਾਂ ਦੀ ਇਸ ਗੱਲ ਤੋਂ, ਜਿਹੜਾ ਇਹਨਾਂ ਨੇ ਦਿਆਲਤਾ ਵਾਲਾ ਹਿਰਦਾ ਧਾਰਨ ਕੀਤਾ ਹੈ ਨਾ, ਲੋਕਾਂ ਦੀਆਂ ਜਿਹੜੀਆਂ ਵੀ ਤਕਲੀਫਾਂ ਨੇ ਉਹ ਦੂਰ ਕਰਦੇ ਨੇ। ਇਹਨਾਂ ਲੋਕਾਂ ਨੂੰ, ਕੁਝ ਕੁ ਲੋਕਾਂ ਨੂੰ ਇਹ ਗੱਲਾਂ ਚੰਗੀਆਂ ਨਹੀਂ ਲੱਗਦੀਆਂ, ਇਸ ਕਰਕੇ ਆ ਕੇ ਫਿਰ ਉਹ ਸਮਾਜ ਦੇ ਲੋਕਾਂ ਦੇ ਵਿੱਚ ਗਲਤ ਪ੍ਰਭਾਵ ਪਾਉਂਦੇ ਹਨ। ਸੁਤੈ ਕ੍ਰਿਤ ਕੋ ਕਰਤ ਨਿਸ਼ੰਕਾ, ਕੋ ਸਮਝਾਏ ਨ ਰਹਿ ਸ਼ੰਕਾ। ਤੇ ਕਹਿੰਦੇ ਇਹ ਲੋਕ ਇਹ ਆਖਦੇ ਨੇ ਵੀ ਇਹ ਤਾਂ ਭਾਈ ਸਾਰੀ ਕਮਾਈ ਹੀ ਬਰਬਾਦ ਕਰ ਰਿਹਾ, ਕਿਉਂਕਿ ਅਸੀਂ ਪਿਛਲੇ ਪ੍ਰਸੰਗਾਂ ਦੇ ਵਿੱਚ ਵੀ ਵਿਚਾਰ ਸਰਵਣ ਕੀਤੇ ਸਨ ਕਿ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਤੀ ਸਮਾਜ ਦੇ ਵਿੱਚ ਲੋਕਾਂ ਦਾ ਵੱਖ-ਵੱਖ ਨਜ਼ਰੀਆ। ਜਿੱਥੇ ਕੋਈ ਇਹ ਆਖ ਰਿਹਾ ਵੀ ਇਹ ਕਰਾਮਾਤਾਂ ਦਿਖਾ ਰਹੇ ਨੇ, ਜਿੱਥੇ ਕੋਈ ਇਹ ਆਖ ਰਿਹਾ ਵੀ ਕੋਈ ਇਹ ਤੰਤਰ ਮੰਤਰ ਇਹਨਾਂ ਦੇ ਕੋਲ ਹੈ, ਜਾਦੂ ਟੂਣੇ ਦੇ ਨਾਲ ਇਹ ਸਾਰਾ ਕੰਮ ਕਰਦੇ ਨੇ, ਉੱਥੇ ਹੀ ਨਵਾਬ ਦੌਲਤ ਖਾਂ ਲੋਧੀ ਦੇ ਕੋਲ ਅਨੇਕਾਂ ਵਾਰ ਲੋਕਾਂ ਨੇ ਸ਼ਿਕਾਇਤਾਂ ਵੀ ਕੀਤੀਆਂ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀਆਂ। ਤੇ ਨਵਾਬ ਦੌਲਤ ਖਾਂ ਲੋਧੀ ਦੇ ਕੋਲ ਫਿਰ 2 ਵਾਰੀ ਹੁਣ ਤੱਕ ਲੇਖਾ ਜੋਖਾ ਹੋ ਚੁੱਕਾ ਹੈ। ਤੇ ਫਿਰ ਲੇਖਾ ਜੋਖਾ ਕਰਨ ਤੋਂ ਬਾਅਦ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਤੀ ਹੀ ਉਹਨਾਂ ਦੇ ਵੱਲ ਹੀ ਵੱਧ ਪੈਸੇ ਨਿਕਲਦੇ ਨੇ। ਭਾਵ ਨਵਾਬ ਦੌਲਤ ਖਾਂ ਲੋਧੀ ਨੂੰ ਆਪਣੇ ਕੋਲੋਂ ਹੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਮਾਇਆ ਦੇਣੀ ਪਈ ਸੀ, ਕਿਸੇ ਵੀ ਧਨ ਪਦਾਰਥ ਦਾ ਘਾਟਾ ਨਹੀਂ ਪਿਆ। ਤੇ ਇਸੇ ਤਰ੍ਹਾਂ ਬੇਬੇ ਸੁਲੱਖਣੀ ਜੀ ਆਖਦੇ ਨੇ, ਕਹਿੰਦੇ ਵੀ ਸਮਾਜ ਦੇ ਵਿੱਚ ਇਹੋ ਜਿਹੀ ਧਾਰਨਾ ਬਣੀ ਹੋਈ ਹੈ, ਤੇ ਵਾਰ-ਵਾਰ ਨਵਾਬ ਦੌਲਤ ਖਾਂ ਲੋਧੀ ਦੇ ਕੋਲ ਜਾ ਕੇ ਸ਼ਿਕਾਇਤਾਂ ਵੀ ਕੀਤੀਆਂ ਜਾਂਦੀਆਂ ਨੇ। ਉਹੀ ਲੋਕ ਨੇ, ਉਹੀ ਨਗਰ ਹੈ,
ਤੇ ਕਹਿੰਦੇ ਇਸੇ ਤਰ੍ਹਾਂ ਇਹ ਲੋਕ ਇਹ ਵੀ ਆਖਦੇ ਨੇ ਵੀ ਭਾਈ ਇਹ ਤਾਂ ਧਨ ਲੁਟਾ ਰਿਹਾ, ਇਹਨਾਂ ਨੂੰ ਕੋਈ ਸਮਝਾਉਂਦਾ ਵੀ ਨਹੀਂ ਹੈ। ਗ੍ਰਸਤ ਰੀਤ ਤੇ ਨੀਤ ਘੁਟਾਲੀ, ਮਾਨੋ ਬਣਿਓ ਫਜ਼ੂਲਨ ਸਾਲੀ। ਤੇ ਫਿਰ ਸਮਾਜ ਦੇ ਵਿੱਚ ਇਹ ਵੀ ਆਖਦੇ ਨੇ, ਕਹਿੰਦੇ ਹੁਣ ਤਾਂ ਇਹਨਾਂ ਦਾ ਵਿਆਹ ਵੀ ਹੋ ਗਿਆ ਤੇ ਕਹਿੰਦੇ ਪਰ ਇਹਨਾਂ ਨੇ ਆਪਣੀ ਗ੍ਰਸਤੀ ਦੀ ਰੀਤ ਨੂੰ ਨਹੀਂ ਸਮਝਿਆ। ਇਹਨਾਂ ਨੂੰ ਪਤਾ ਹੀ ਨਹੀਂ ਵੀ ਆਪਣਾ ਘਰ ਪਰਿਵਾਰ ਚਲਾਉਣਾ ਕਿਸ ਤਰ੍ਹਾਂ ਹੈ। ਤੇ ਕਹਿੰਦੇ ਘਰ ਪਰਿਵਾਰ ਦੇ ਖਰਚਿਆਂ ਨੂੰ ਨਹੀਂ ਸਮਝਦੇ, ਸਗੋਂ ਬਾਹਰ ਹੀ ਧਨ ਲੁਟਾ ਕੇ ਆਉਂਦੇ ਨੇ, ਹੋਰ ਫਜ਼ੂਲ ਖਰਚੇ ਕਰਦੇ ਹਨ। ਮੇਲੀ ਸਦਾ ਵਿਸ਼ਾਲ ਫਕੀਰਨਾ, ਕਰ ਕੀ ਮੁਝੇ ਪੀਰ ਪੀਰਨਾ। ਤੇ ਕਹਿੰਦੇ ਵੱਡੇ ਵੱਡੇ ਫਕੀਰਾਂ ਦੇ ਨਾਲ ਇਹਨਾਂ ਦਾ ਮਿਲਾਪ ਹੈ, ਮੇਲ ਮਿਲਾਪ ਚੱਲਦਾ ਵੱਡੇ ਵੱਡੇ ਫਕੀਰਾਂ ਦੇ ਨਾਲ। ਕੋਈ ਸਾਧੂ ਸੰਤ ਆ ਜਾਵੇ ਉਹਨਾਂ ਦੇ ਨਾਲ ਸੰਗਤ ਕਰਦੇ ਨੇ। ਤੇ ਕਹਿੰਦੇ ਲੋਕ ਇਹ ਵੀ ਆਖਦੇ ਨੇ ਭਾਈ ਇਹ ਤਾਂ ਘਰ ਦੇ ਵਿੱਚ ਆ ਕੇ ਆਪਣੇ ਘਰ ਦੇ ਪਰਿਵਾਰ ਦੇ ਜੀਆਂ ਦਾ ਹਾਲ ਚਾਲ ਵੀ ਨਹੀਂ ਪੁੱਛਦਾ। ਜ਼ਿਆਦਾ ਸਮਾਂ ਤਾਂ ਇਹਨਾਂ ਦਾ ਮੋਦੀ ਖਾਨੇ ਜਾਂ ਸਾਧੂ ਫਕੀਰਾਂ ਦੀ ਸੰਗਤ ਦੇ ਵਿੱਚ ਲੰਘ ਜਾਂਦਾ ਹੈ। ਨਹਿਰੰਚਕ ਪਰਮਮ ਸਤਕਾਰਾ, ਸਹੁਰੇ ਦੇ ਸਦਹੀ ਦੁੱਖ ਭਾਰਾ। ਤੇ ਬੇਬੇ ਸੁਲੱਖਣੀ ਜੀ ਆਖਦੇ ਨੇ ਰੋ ਰੋ ਕੇ, ਕਹਿੰਦੇ ਮੈਨੂੰ ਤਾਂ ਲੋਕਾਂ ਨੇ ਇਹ ਵੀ ਗੱਲਾਂ ਆਖ ਦਿੱਤੀਆਂ ਵੀ ਇਹਨੂੰ ਤੇਰਾ ਕੋਈ ਫਿਕਰ ਨਹੀਂ ਹੈਗਾ, ਇਹ ਤੇਰੀ ਕੋਈ ਫਿਕਰ ਨਹੀਂ ਕਰਦਾ, ਕੋਈ ਸਤਿਕਾਰ ਨਹੀਂ ਇਸ ਦੇ ਮਨ ਦੇ ਵਿੱਚ। ਤੇ ਕਹਿੰਦੇ ਮੈਂ ਸਦਾ ਹੀ ਭਾਰੀ ਹਿਰਦੇ ਦੇ ਨਾਲ ਇਹ ਸਾਰੀਆਂ ਗੱਲਾਂ ਸੁਣਦੀਆਂ ਤੇ ਆਪਣੇ ਦੁੱਖ ਨੂੰ ਆਪਣੇ ਅੰਦਰ ਹੀ ਸਮੇਟ ਕੇ ਰੱਖ ਲੈਂਦੀ। ਅੱਜ ਤੁਸੀਂ ਚੱਲ ਕੇ ਆਏ ਹੋ, ਤੁਹਾਡੇ ਅੱਗੇ ਮੈਂ ਆਪਣੇ ਦੁੱਖੜੇ ਰੋ ਕੇ ਬਿਆਨ ਕਰ ਰਹੀ ਹਾਂ। ਸੁਣ ਦਸੁਤਾ ਕੇ ਬੈਣ ਦੁਖਾਰੇ, ਮੂਲੇ ਰਸੂ ਲੋਚਨ ਡਾਰੇ। ਹੁਣ ਜਦੋਂ ਇੱਕ ਪਿਓ ਦੇ ਸਾਹਮਣੇ, ਜਿਸ ਪਿਓ ਨੇ ਆਪਣੀ ਧੀ ਨੂੰ ਲਾਡਾਂ ਦੇ ਨਾਲ ਪਾਲਿਆ ਹੋਵੇ, ਚੰਗੇ ਸੰਸਕਾਰ ਦਿੱਤੇ ਹੋਣ, ਤੇ ਉਸ ਪਿਓ ਦੇ ਸਾਹਮਣੇ ਉਸ ਦੀ ਧੀ ਰੋ ਕੇ ਕੁਰਲਾ ਕੇ ਆਪਣੇ ਦੁੱਖ ਬਿਆਨ ਕਰਦੀ ਹੋਵੇ, ਤੇ ਹੁਣ ਉਹ ਪਿਤਾ ਆਪਣੀ ਧੀ ਦੇ ਇਹਨਾਂ ਦੁੱਖਾਂ ਨੂੰ ਦੇਖ ਨਹੀਂ ਸਕਦਾ। ਜਦੋਂ ਭਾਈ ਮੂਲੇ ਜੀ ਨੇ ਆਪਣੀ ਪੁੱਤਰੀ ਦੇ ਅੱਖਾਂ ਦੇ ਵਿੱਚ ਹੰਝੂ ਆਉਂਦੇ ਦੇਖੇ ਨੇ, ਤੇ ਫਿਰ ਉਹ ਇਸ ਚੀਜ਼ ਨੂੰ ਬਰਦਾਸ਼ਤ ਨਾ ਕਰ ਸਕੇ। ਜਰ ਬਰ ਕਹਿਓ ਹਿਰਦੇ ਕੇ ਮਾਹੀ, ਅਧਿਕ ਰੋਸ ਕਰਕੇ ਪਛਤਾਹੀ। ਤੇ ਹਿਰਦੇ ਦੇ ਵਿੱਚ ਕਹਿੰਦੇ ਉਹਨਾਂ ਦੇ ਵੀ ਅੱਗ ਬਲ ਗਈ ਹੈ, ਉਹ ਵੀ ਹੁਣ ਪਰੇਸ਼ਾਨ ਹੋ ਗਏ ਨੇ। ਉਹਨਾਂ ਨੇ ਵੀ ਜਦੋਂ ਆਪਣੀ ਪੁੱਤਰੀ ਨੂੰ ਇਸ ਹਾਲਤ ਦੇ ਵਿੱਚ ਦੇਖਿਆ ਨਾ, ਉਹਨਾਂ ਦੇ ਵੀ ਮਨ ਦੇ ਵਿੱਚ ਅਨੇਕਾਂ ਤਰ੍ਹਾਂ ਦੀ ਉਥਲ-ਪੁਥਲ ਹੋਣੀ ਸ਼ੁਰੂ ਹੋ ਗਈ ਹੈ। ਤੇ ਉਹਨਾਂ ਦੇ ਮਨ ਦੇ ਵਿੱਚ ਵੀ ਹੁਣ ਬਹੁਤ ਗੁੱਸਾ ਆਇਆ ਹੈ। ਕਾਲੂ ਕਿਆ ਮੂਲਾ ਜੋ ਕ੍ਰੋਧੀ, ਨਹਿ ਜਾਣੇ ਸ਼੍ਰੀ ਨਾਨਕ ਸੋਧੀ। ਤੇ ਫਿਰ ਹੁਣ ਕਵੀ ਸੰਤੋਖ ਸਿੰਘ ਜੀ ਚੂੜਾਮਣੀ ਜੀ ਆਖਦੇ ਨੇ, ਕਹਿੰਦੇ ਹੁਣ ਤੱਕ ਤਾਂ ਅਸੀਂ ਵਿਚਾਰਾਂ ਦੇ ਵਿੱਚ ਇਹੀ ਜ਼ਿਕਰ ਕੀਤਾ ਸੀ, ਇਹੀ ਪੜ੍ਹਿਆ, ਇਹੀ ਸੁਣਿਆ ਵੀ ਭਾਈ ਮਹਿਤਾ ਕਾਲੂ ਜੀ ਬੜਾ ਹੀ ਗੁੱਸੇ ਵਾਲੇ ਨੇ, ਉਹਨਾਂ ਦੇ ਵਿੱਚ ਬੜਾ ਹੀ ਕ੍ਰੋਧ ਹੈ। ਕਹਿੰਦੇ ਜਦੋਂ ਹੁਣ ਭਾਈ ਮੂਲੇ ਦਾ ਗੁੱਸਾ ਦੇਖਿਆ ਨਾ, ਤਾਂ ਉਸ ਦੇ ਸਾਹਮਣੇ ਮਹਿਤਾ ਕਾਲੂ ਜੀ ਦਾ ਕ੍ਰੋਧ ਤੱਕ ਕਿਸੇ ਵੀ ਬਰਾਬਰਤਾ ਨਹੀਂ ਕਰ ਸਕਦਾ। ਤੇ ਕਹਿੰਦੇ ਨਹਿ ਜਾਣੇ ਸ਼੍ਰੀ ਨਾਨਕ ਸੋਧੀ। ਕਹਿੰਦੇ ਪਰ ਭਾਈ ਮੂਲਾ ਜੀ ਨੇ ਵੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਬਾਰੇ ਕੁਝ ਵੀ ਪਤਾ ਨਹੀਂ, ਉਹ ਵੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਵਡਿਆਈ ਨੂੰ ਨਹੀਂ ਸਮਝ ਸਕੇ। ਹਿਰਦੇ ਸੁਤਾ ਕੇ ਧੀਰਜ ਦੀਨਾ, ਉਠਿਓ ਆਪ ਰਸ ਮੈਂ ਮਨ ਲੀਨਾ। ਤੇ ਭਾਈ ਮੂਲਾ ਜੀ ਨੇ ਆਪਣੀ ਪੁੱਤਰੀ ਨੂੰ ਬੇਬੇ ਸੁਲੱਖਣੀ ਜੀ ਨੂੰ ਧੀਰਜ ਦਿੱਤਾ, ਦਿਲਾਸਾ ਦਿੱਤਾ, ਤੇ ਕਹਿੰਦੇ ਆਪ ਆਪਣੇ ਮਨ ਦੇ ਵਿੱਚ ਗੁੱਸਾ ਲੈ ਕੇ ਹੁਣ ਉਸ ਅਸਥਾਨ ਤੋਂ ਉੱਠ ਖਲੋਤੇ ਹਨ। ਗਇਓ ਜੈ ਰਾਮ ਪਾਸ ਤਤਕਾਲਾ, ਮੁਖ ਬੋਲਤ ਦੁਰਭਾਗ ਵਿਸਾਲਾ। ਤੇ ਹੁਣ ਭਾਈ ਜੈ ਰਾਮ ਜੀ ਦੇ ਕੋਲ ਪਹੁੰਚ ਗਏ ਨੇ ਭਾਈ ਮੂਲਾ ਜੀ। ਤੇ ਭਾਈ ਜੈ ਰਾਮ ਜੀ ਨੇ ਹੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਇਹ ਰਿਸ਼ਤਾ ਕਰਵਾਇਆ ਸੀ। ਹੁਣ ਭਾਈ ਜੈ ਰਾਮ ਜੀ ਦੇ ਕੋਲ ਪਹੁੰਚਦੇ ਨੇ ਤੇ ਉਹਨਾਂ ਦੇ ਨਾਲ ਵੀ ਜਾ ਕੇ ਕੁਝ ਬੁਰੇ ਬਚਨ ਕਰਦੇ ਨੇ ਭਾਈ ਮੂਲਾ ਜੀ। ਹੁਣ ਮਨ ਦੇ ਵਿੱਚ ਗੁੱਸਾ ਹੈ, ਜਦੋਂ ਗੁੱਸਾ ਆਇਆ ਹੋਵੇ ਤੇ ਫਿਰ ਸੁਭਾਵ ਹੀ ਤੇ ਉਸ ਗੁੱਸੇ ਦੇ ਅਧੀਨ ਹੋ ਕੇ ਅਸੀਂ ਕੁਝ ਨਾ ਕੁਝ ਉੱਚਾ ਨੀਵਾਂ ਬੋਲ ਦਿੰਦੇ ਹਾਂ। ਹੁਣ ਭਾਈ ਜੈ ਰਾਮ ਜੀ ਦੇ ਕੋਲ ਜਾ ਕੇ ਭਾਈ ਮੂਲਾ ਜੀ ਨੇ ਜਿੱਥੇ ਆਪਣੀ ਪੁੱਤਰੀ ਦਾ ਦੁੱਖ ਸੁਣਿਆ ਸੀ ਨਾ, ਉਸੇ ਦੁੱਖ ਦੇ ਕਾਰਨ ਜਿੱਥੇ ਗੁੱਸਾ ਆਇਆ ਹੋਇਆ ਸੀ, ਤੇ ਹੁਣ ਭਾਈ ਮੂਲਾ ਜੀ ਨੇ ਭਾਈ ਜੈ ਰਾਮ ਜੀ ਦੇ ਪਾਸ ਜਾ ਕੇ ਕੁਝ ਬਚਨ ਕਹੇ ਹਨ। ਤੇਸ਼ਨ ਸ਼੍ਰੀ ਨਾਨਕ ਜੈ ਰਾਮਾ, ਵੈਸੇ ਏਕ ਥਾਨ ਅਬਿਰਾਮਾ।
ਤੇ ਕਹਿੰਦੇ ਜਿਸ ਅਸਥਾਨ ਦੇ ਉੱਤੇ ਹੁਣ ਭਾਈ ਮੂਲਾ ਜੀ ਜੈ ਰਾਮ ਜੀ ਦੇ ਕੋਲ ਪਹੁੰਚੇ ਨੇ ਨਾ, ਉਸੇ ਅਸਥਾਨ ਦੇ ਉੱਤੇ ਭਾਈ ਜੈ ਰਾਮ ਜੀ ਦੇ ਨਾਲ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਵੀ ਬੈਠੇ ਹੋਏ ਸਨ। ਦੋਵੇਂ ਬੈਠੇ ਕਹਿੰਦੇ ਬਹੁਤ ਸੁੰਦਰ ਲੱਗ ਰਹੇ ਸਨ। ਜਬੇ ਮਿਲੋ ਕਿਉ ਮੂਲਾ ਆਵਾ, ਸਨਮਾਨਿਓ ਆਸਨ ਬੈਸਾਵਾ। ਤੇ ਦੋਨਾਂ ਨੇ ਫਿਰ ਭਾਈ ਮੂਲ ਚੰਦ ਜੀ ਨੂੰ ਬੜੇ ਆਦਰ ਸਤਿਕਾਰ ਦੇ ਨਾਲ ਬਿਠਾਉਣਾ ਕੀਤਾ, ਬੜਾ ਹੀ ਮਾਣ ਸਨਮਾਨ ਕੀਤਾ ਹੈ। ਬੈਸਤ ਬੋਲਿਓ ਗਿਰਾ ਕਠੋਰਾ, ਸੁਣ ਜੈ ਰਾਮ ਤੂੰ ਦੁਸ਼ਮਨ ਮੋਰਾ। ਤੇ ਕਹਿੰਦੇ ਜਦੋਂ ਫਿਰ ਆਸਣ ਦੇ ਉੱਤੇ ਭਾਈ ਮੂਲਾ ਜੀ ਬੈਠੇ ਨੇ ਨਾ, ਬੈਠਦਿਆਂ ਸਾਰ ਹੀ ਕਹਿੰਦੇ ਬੜੀ ਰੁੱਖੀ ਆਵਾਜ਼ ਦੇ ਵਿੱਚ ਹੁਣ ਬਚਨ ਕਹੇ ਨੇ ਭਾਈ ਜੈ ਰਾਮ ਜੀ ਨੂੰ। ਕਹਿੰਦੇ ਤੁਸੀਂ ਤਾਂ ਕੋਈ ਪਿਛਲੇ ਜਨਮਾਂ ਦਾ ਮੇਰੇ ਨਾਲ ਬਦਲਾ ਲੈ ਰਹੇ ਹੋ, ਮੇਰੇ ਕੋਈ ਪਿਛਲੇ ਜਨਮ ਦੇ ਤੁਸੀਂ ਦੁਸ਼ਮਣ ਲੱਗਦੇ ਹੋ। ਪੂਰਵ ਜਨਮ ਸ਼ਰਤਤਾ ਤੇਰੀ, ਜਾਂਤੇ ਦਸ਼ਾ ਕਰੀ ਅਸ ਮੇਰੀ। ਕਹਿੰਦੇ ਕੋਈ ਪਿਛਲੇ ਜਨਮ ਦੇ ਵਿੱਚ ਤੁਸੀਂ ਮੇਰੇ ਨਾਲ ਕੋਈ ਵੈਰ ਕਮਾਇਆ ਹੈ, ਉਹ ਪਿਛਲੇ ਜਨਮਾਂ ਦਾ ਹੀ ਕਹਿੰਦੇ ਤੁਸੀਂ ਹਿਸਾਬ ਕਿਤਾਬ ਕਰ ਰਹੇ ਹੋ। ਕਹਿੰਦੇ ਜਿਸ ਦੇ ਕਾਰਨ ਅੱਜ ਮੇਰੀ ਇਹ ਦਸ਼ਾ ਬਣੀ ਹੋਈ ਹੈ। ਯਹ ਜੋ ਸਦਾ ਫਕੀਰਨ ਸੰਗੀ, ਤਾਂ ਕਿ ਹੇਤ ਸੁਤਾ ਮੁਰ ਮੰਗੀ। ਤੇ ਕਹਿੰਦੇ ਇਹ ਜੋ ਸਦਾ ਹੀ ਫਕੀਰਾਂ ਦਾ ਸੰਗ ਕਰਦਾ ਹੈ ਨਾ, ਜਿਹੜਾ ਤੁਹਾਡੇ ਨਾਲ ਬੈਠਾ, ਭਾਵ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਤੀ ਵਚਨ ਕਰਦੇ ਨੇ। ਕਹਿੰਦੇ ਤੁਸੀਂ ਇਹ ਰਿਸ਼ਤਾ ਕਰਨ ਤੋਂ ਪਹਿਲਾਂ ਨਹੀਂ ਸਾਨੂੰ ਦੱਸਿਆ ਇਹ ਵੀ ਇਹ ਜ਼ਿਆਦਾਤਰ ਸਾਧੂ ਸੰਤਾਂ ਦੀ ਵੀ ਸੰਗਤ ਕਰਦੇ ਨੇ, ਫਕੀਰਾਂ ਦੀ ਸੰਗਤ ਵੀ ਕਰਦੇ ਨੇ, ਉਹਨਾਂ ਦੇ ਟੋਲਿਆਂ ਦੇ ਨਾਲ ਜਾ ਜਾ ਕੇ ਵੀ ਵਿਚਰਦੇ ਨੇ। ਕਹਿੰਦੇ ਇਹ ਗੱਲਾਂ ਤੁਸੀਂ ਸਾਨੂੰ ਪਹਿਲਾਂ ਨਹੀਂ ਦੱਸਣੀਆਂ ਕੀਤੀਆਂ। ਕਹਿੰਦੇ ਫਿਰ ਵੀ ਮੇਰੀ ਪੁੱਤਰੀ ਦਾ ਤੁਸੀਂ ਸਾਕ ਇਸ ਫਕੀਰਾਂ ਦੇ ਸੰਗ ਕਰਨ ਵਾਲੇ ਦੇ ਨਾਲ ਜੋੜ ਦਿੱਤਾ ਹੈ। ਬਨੇ ਫਕੀਰ ਏਕ ਦਿਨ ਮਾਹੀ, ਰੁਚਿਤ ਕਰੇ ਸਭ ਸੰਸੈ ਨਾਹੀ। ਤੇ ਹੁਣ ਜਿਹੜੇ ਭਾਈ ਮੂਲਾ ਜੀ ਨੇ ਆਪਣੀ ਪੁੱਤਰੀ ਦੇ ਕੋਲੋਂ ਬਚਨ ਸੁਣੇ ਸਨ ਵੀ ਨਗਰ ਦੇ ਲੋਕ ਵੀ ਇਹ ਗੱਲਾਂ ਆਮ ਤੌਰ ਦੇ ਉੱਤੇ ਕਰਦੇ ਫਿਰਦੇ ਨੇ। ਕਹਿੰਦੇ ਸਾਨੂੰ ਤਾਂ ਇਹ ਲੱਗਦਾ ਵੀ ਇੱਕ ਨਾ ਇੱਕ ਦਿਨ ਇਹ ਵੀ ਫਕੀਰ ਬਣ ਜਾਵੇਗਾ, ਇਹ ਵੀ ਆਪਣਾ ਘਰ-ਬਾਰ ਤਿਆਗ ਦੇਵੇਗਾ। ਤੇ ਇਸੇ ਤਰ੍ਹਾਂ ਹੁਣ ਭਾਈ ਮੂਲਾ ਜੀ ਕਠੋਰ ਸ਼ਬਦ ਭਾਈ ਜੈ ਰਾਮ ਜੀ ਨੂੰ ਆਖਦੇ ਹਨ। ਜਾਂ ਕੋ ਜਾਸੋ ਲਾਗਿਓ ਹੇਤਾ, ਬਣ ਤੁਸ ਤਸ ਕਹਿ ਸਮਤਨ ਕੀਤਾ। ਤੇ ਕਹਿੰਦੇ ਇਸੇ ਤਰ੍ਹਾਂ ਬੁੱਧੀਮਾਨ ਜਿਹੜੇ ਸਿਆਣੇ ਲੋਕ ਨੇ ਨਾ, ਉਹਨਾਂ ਦੀਆਂ ਵਿਚਾਰਾਂ ਇਹੀ ਨੇ, ਉਹਨਾਂ ਨੇ ਆਪਣੇ ਜ਼ਿੰਦਗੀ ਦੇ ਤੱਤ ਸਾਰ ਇਹੀ ਕੱਢੇ ਨੇ। ਕਹਿੰਦੇ ਮਨੁੱਖ ਨੂੰ ਜਿਸ ਚੀਜ਼ ਦੇ ਨਾਲ ਜ਼ਿਆਦਾ ਪਿਆਰ ਹੋਵੇ ਨਾ, ਮਨੁੱਖ ਦਾ ਜਿਸ ਚੀਜ਼ ਦੇ ਨਾਲ ਜ਼ਿਆਦਾ ਲਗਾਵ ਹੋਵੇ ਤੇ ਉਸ ਦਾ ਝੁਕਾਅ ਉਸੇ ਚੀਜ਼ ਦੇ ਵੱਲ ਨੂੰ ਵੱਧ ਜਾਂਦਾ। ਭਾਵ ਉਹ ਜਿਹਾ ਆਪਣੇ ਜੀਵਨ ਦੇ ਅੰਦਰ ਉਹ ਗੁਣ ਧਾਰਨ ਕਰਨੇ ਸ਼ੁਰੂ ਕਰ ਦਿੰਦਾ ਹੈ। ਜੇ ਹੋ ਲਛਣ ਜਾਣਤ ਐਸੇ, ਸੁਦਾ ਸੰਬੰਧ ਕਰਤ ਕੋ ਕੈਸੇ। ਤੇ ਕਹਿੰਦੇ ਜੇ ਤੁਹਾਨੂੰ ਪਹਿਲਾਂ ਹੀ ਪਤਾ ਸੀ ਵੀ ਭਾਈ ਇਹਨਾਂ ਦੇ ਵਿੱਚ ਇਹ ਫਕੀਰਾਂ ਵਾਲੇ ਲੱਛਣ ਹਨ, ਤਾਂ ਕਹਿੰਦੇ ਤੁਸੀਂ ਇਹਨਾਂ ਦਾ ਰਿਸ਼ਤਾ ਹੀ ਕਿਉਂ ਕਰਵਾਇਆ। ਆਪਨ ਪਰਿਆਵਤ ਬਹੁ ਦਰਬਾ, ਪਾਟ ਲੁਟਾਏ ਫਕੀਰਨ ਸਰਬਾ। ਤੇ ਕਹਿੰਦੇ ਮੈਨੂੰ ਵੀ ਪਤਾ ਵੀ ਮੋਦੀ ਖਾਨੇ ਦੇ ਵਿੱਚ ਬਹੁਤ ਕਮਾਈ ਹੁੰਦੀ ਇਹਨਾਂ ਦੀ, ਬਹੁਤ ਧਨ ਕਮਾਉਂਦੇ ਨੇ। ਕਹਿੰਦੇ ਜਿਹੜਾ ਇਹਨਾਂ ਨੇ ਫਕੀਰਾਂ ਵਾਲਾ ਸੁਭਾਅ ਧਾਰਨ ਕੀਤਾ, ਇਹ ਸਾਰਾ ਕੁਝ ਲੁਟਾਉਂਦੇ ਹੀ ਨੇ, ਇਹਨਾਂ ਨੇ ਧਨ ਨੂੰ ਜੋੜਿਆ ਨਹੀਂ। ਤੇ ਕਹਿੰਦੇ ਇਸੇ ਕਰਕੇ ਜਿਨ੍ਹਾਂ ਦੀ ਖਾਤਰ ਇਹ ਧਨ ਲੁਟਾਉਂਦੇ ਫਿਰਦੇ ਨੇ, ਜਿਨ੍ਹਾਂ ਦੇ ਖਾਤਰ ਇਹਨਾਂ ਨੇ ਉਦਾਰਤਾ ਵਾਲਾ ਹਿਰਦਾ ਧਾਰਨ ਕੀਤਾ, ਦਿਆਲੂਆਂ ਵਾਲਾ ਸੁਭਾਅ ਧਾਰਨ ਕੀਤਾ, ਤੇ ਉਹੀ ਲੋਕ ਕਹਿੰਦੇ ਇਹਨਾਂ ਦੀ ਬੁਰਾਈ ਕਰਦੇ ਹਨ। ਪੂਰਵ ਜਨਮ ਕਰੇ ਅਗ ਭਾਰੀ, ਭਇਓ ਜਮਾਤਾ ਤੋਂ ਦੁਖਕਾਰੀ। ਤੇ ਕਹਿੰਦੇ ਪਿਛਲੇ ਜਨਮਾਂ ਦੇ ਵਿੱਚ ਕੋਈ ਵੱਡੇ ਪਾਪ ਕੀਤੇ ਹੋਣਗੇ ਮੈਂ ਵੀ। ਕਹਿੰਦੇ ਜਿਹੜਾ ਇਸ ਜਨਮ ਦੇ ਵਿੱਚ ਮੈਂ ਇਹ ਦੇਖ ਰਿਹਾ ਵੀ ਮੈਂ ਆਪਣੀ ਪੁੱਤਰੀ ਨੂੰ ਰੋਂਦਿਆਂ ਹੋਇਆ ਦੁੱਖ ਸੁਣਾਉਂਦੇ ਦੇਖਿਆ, ਆਪਣੀ ਪੁੱਤਰੀ ਨੂੰ ਕੁਰਲਾਉਂਦੇ ਦੇਖਿਆ। ਕਹਿੰਦੇ ਕੋਈ ਨਾ ਕੋਈ ਮੈਂ ਪਿਛਲੇ ਜਨਮ ਦੇ ਵਿੱਚ ਵੱਡੇ ਪਾਪ ਕੀਤੇ ਹੋਣਗੇ। ਨੈਕ ਨ ਮਮਤਨ ਆਸਨ ਮਾਨਾ, ਕਿਨੇ ਨਾ ਸਮਝਾਇਓ ਕਿਆ ਜਾਨਾ। ਕਹਿੰਦੇ ਨਗਰ ਦੇ ਲੋਕਾਂ ਨੇ ਤਾਂ ਮੇਰੀ ਪੁੱਤਰੀ ਦੇ ਕੋਲ ਆ ਕੇ ਇਹ ਵੀ ਗੱਲਾਂ ਕਰ ਦਿੱਤੀਆਂ ਵੀ ਇਹ ਤਾਂ ਤੇਰਾ ਸਨਮਾਨ ਹੀ ਨਹੀਂ ਕਰਦਾ, ਇਹਦਾ ਤਾਂ ਜ਼ਿਆਦਾ ਧਿਆਨ ਮੋਦੀ ਖਾਨੇ ਦੇ ਵਿੱਚ ਹੈ, ਇਹ ਤਾਂ ਘਰ ਵੱਲ, ਆਪਣੇ ਘਰ ਦੇ ਵੱਲ ਕਿਸੇ ਵੀ ਤਰੀਕੇ ਦੇ ਨਾਲ ਧਿਆਨ ਨਹੀਂ ਦੇ ਰਿਹਾ। ਭਈ ਤੀਨ ਨਿਤ ਰਹਿਤ ਦੁਖਾਰੀ, ਮਮ ਆਗੇ ਨਿਜ ਬ੍ਰਿਥਾ ਉਚਾਰੀ। ਤੇ ਕਹਿੰਦੇ ਮੇਰੀ ਪੁੱਤਰੀ ਨੇ ਮੇਰੇ ਅੱਗੇ ਰੋ ਕੇ ਸਾਰਾ ਦੁੱਖ ਬਿਆਨ ਕੀਤਾ
ਤੇ ਉਹ ਰੋਜ਼ਾਨਾ ਹੀ ਇਸ ਤਰੀਕੇ ਦੇ ਨਾਲ ਆਪਣਾ ਜੀਵਨ ਨਿਰਵਾਹ ਕਰ ਰਹੀ ਹੈ। ਉਪਾਲਾ ਬਨਿਸ਼ਠੁਰ ਜੁਗ ਸਾਨੀ, ਸੁਣ ਜੈ ਨਾਮ ਸ਼੍ਰੋਣ ਸਭ ਬਾਣੀ। ਜਿਹੜੇ ਵੀ ਬਚਨ ਹੁਣ ਭਾਈ ਮੂਲਾ ਜੀ ਨੇ ਆਖੇ ਸਨ ਤੇ ਭਾਈ ਜੈ ਰਾਮ ਜੀ ਕਹਿੰਦੇ ਚੁੱਪਚਾਪ ਉਹ ਸਾਰੇ ਬਚਨ ਆਪਣੇ ਕੰਨਾਂ ਦੇ ਨਾਲ ਸੁਣ ਰਹੇ ਹਨ। ਮਹਿਤਾ ਜੀ ਨਾ ਕੀ ਜੈ ਰੋਸੂ, ਦੋਸ਼ ਰੂਪੋ ਨਹਿ ਬਿਨ ਦੋਸੂ। ਤੇ ਹੁਣ ਫਿਰ ਭਾਈ ਜੈ ਰਾਮ ਜੀ ਨੇ ਜਦੋਂ ਸਾਰੇ ਵਿਚਾਰ ਭਾਈ ਮੂਲਾ ਜੀ ਦੀ ਸੁਣੀ ਹੈ ਨਾ, ਹੁਣ ਭਾਈ ਜੈ ਰਾਮ ਜੀ ਉਹਨਾਂ ਨੂੰ ਸਮਝਾਉਣਾ ਕਰਦੇ ਨੇ, ਆਪਣਾ ਪੱਖ ਰੱਖਦੇ ਨੇ ਤੇ ਕਹਿੰਦੇ ਹੇ ਮੂਲਾ ਜੀ ਗੁੱਸਾ ਨਾ ਕਰੋ, ਕਹਿੰਦੇ ਤੁਸੀਂ ਨਿਰਦੋਸ਼ ਦੇ ਉੱਤੇ ਫਜ਼ੂਲ ਦੇ ਵਿੱਚ ਆ ਕੇ ਦੋਸ਼ ਲਗਾ ਰਹੇ ਹੋ। ਕਿਉਂਕਿ ਕੋਈ ਸਮਾਂ ਸੀ ਭਾਈ ਜੈ ਰਾਮ ਜੀ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਤੀ ਆਪਣੇ ਮਨ ਦੇ ਵਿੱਚ ਵੀ ਸ਼ੰਕੇ ਪੈਦਾ ਕਰ ਲਏ ਸਨ। ਇਹ ਸਮਾਜ ਦੇ ਲੋਕ ਹੀ ਸਨ ਜਿਨ੍ਹਾਂ ਨੇ ਭਾਈ ਜੈ ਰਾਮ ਜੀ ਦੇ ਕੋਲ ਵੀ ਆ ਕੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਚੁਗਲੀ ਕੀਤੀ ਸੀ ਤੇ ਉਹਨਾਂ ਦੇ ਮਨ ਦੇ ਵਿੱਚ ਵੀ ਸ਼ੰਕੇ ਪੈਦਾ ਹੋ ਗਏ ਸਨ। ਤੇ ਉਹਨਾਂ ਸ਼ੰਕਿਆਂ ਨੂੰ ਦੂਰ ਕਰਨ ਦੀ ਖਾਤਰ ਭਾਈ ਜੈ ਰਾਮ ਜੀ ਨੇ ਬੇਬੇ ਨਾਨਕੀ ਜੀ ਦੇ ਨਾਲ ਵੀ ਸਲਾਹ ਕੀਤੀ ਸੀ ਤੇ ਬੇਬੇ ਨਾਨਕੀ ਜੀ ਨੇ ਵੀ ਭਾਈ ਜੈ ਰਾਮ ਜੀ ਨੂੰ ਸਮਝਾਉਣਾ ਕੀਤਾ ਸੀ ਕਿ ਮੈਨੂੰ ਆਪਣੇ ਵੀਰ ਦੇ ਉੱਤੇ ਪੂਰਾ ਭਰੋਸਾ ਹੈ, ਕਦੇ ਵੀ ਉਹਨਾਂ ਦੇ ਜਿਹੜੇ ਭੰਡਾਰੇ ਨੇ ਨਾ ਉਹਨਾਂ ਦੇ ਵਿੱਚ ਘਾਟਾ ਨਹੀਂ ਪਵੇਗਾ, ਸਗੋਂ ਵਾਧਾ ਹੀ ਪਵੇਗਾ। ਤੇ ਜਦੋਂ ਫਿਰ ਨਵਾਬ ਦੌਲਤ ਖਾਂ ਲੋਧੀ ਦੇ ਕੋਲ ਜਾ ਕੇ ਪੂਰਾ ਲੇਖਾ ਜੋਖਾ ਹੋ ਗਿਆ ਸੀ ਨਾ, ਤਾਂ ਭਾਈ ਜੈ ਰਾਮ ਜੀ ਦੇ ਸ਼ੰਕੇ ਵੀ ਸਾਰੇ ਦੂਰ ਹੋ ਗਏ ਸਨ। ਹੁਣ ਉਹਨਾਂ ਦੇ ਮਨ ਦੇ ਵਿੱਚ ਵੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਤੀ ਬੜੀ ਸ਼ਰਧਾ ਸੀ। ਲੋਕਾਂ ਨੇ ਬੜਾ ਡਲਾਉਣਾ ਚਾਹਿਆ, ਬੜਾ ਭਰਮਾਉਣਾ ਚਾਹਿਆ, ਪਰ ਭਾਈ ਜੈ ਰਾਮ ਜੀ ਦੀ ਦਿਨੋਂ ਦਿਨ ਸ਼ਰਧਾ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਤੀ ਵੱਧਦੀ ਗਈ, ਇੱਥੋਂ ਤੱਕ ਵੀ ਉਹਨਾਂ ਨੂੰ ਸੁਲਤਾਨਪੁਰ ਦੀ ਧਰਤੀ ਤੋਂ ਜਾਣ ਹੀ ਨਹੀਂ ਦੇ ਰਹੇ। ਤੇ ਹੁਣ ਭਾਈ ਜੈ ਰਾਮ ਜੀ ਹੁਣ ਆਪਣੀ ਵਿਚਾਰ ਵੀ ਭਾਈ ਮੂਲਾ ਜੀ ਨੂੰ ਦੱਸਣਾ ਕਰਦੇ ਨੇ ਵੀ ਭਾਈ ਮੇਰੇ ਨਾਲ ਵੀ ਲੋਕਾਂ ਨੇ ਇਹ ਕੁਝ ਕਰਨਾ ਚਾਹਿਆ ਸੀ, ਮੇਰੇ ਮਨ ਦੇ ਵਿੱਚ ਵੀ ਅਨੇਕਾਂ ਲੋਕਾਂ ਦੇ ਮਗਰ ਲੱਗ ਕੇ ਸ਼ੰਕੇ ਪੈਦਾ ਹੋ ਗਏ ਸਨ। ਆਓ ਮੈਂ ਤੁਹਾਨੂੰ ਕਹਿੰਦੇ ਇਹਨਾਂ ਦੀ ਜਿਹੜੀ ਹੈ ਇਹ ਨਿਰਦੋਸ਼ ਨੇ, ਦੋਸ਼ ਰਹਿਤ ਨੇ, ਕਹਿੰਦੇ ਪਰ ਤੁਸੀਂ ਫਜ਼ੂਲ ਦੇ ਵਿੱਚ ਹੀ ਇਹਨਾਂ ਨੂੰ ਝਿੜਕ ਰਹੇ ਹੋ। ਕਿਸੂ ਬਸਤ ਕੀ ਕਮੀ ਨਾ ਆਜੂ, ਦਿਓ ਵਿਧਾਤਾ ਸਰਬ ਸਮਾਜੂ। ਤੇ ਕਹਿੰਦੇ ਜਿਹੜਾ ਸਾਰੇ ਸਮਾਜ ਦੇ ਵਿੱਚ ਪਦਾਰਥ ਵੰਡਦਾ ਹੋਵੇ, ਜਿਹੜਾ ਸਾਰੇ ਲੋਕਾਂ ਨੂੰ ਦਾਤਾਂ ਦਿੰਦਾ ਹੋਵੇ, ਕਹਿੰਦੇ ਭਲਾ ਉਸ ਦੇ ਘਰ ਦੇ ਵਿੱਚ ਕਿਸੇ ਚੀਜ਼ ਦੀ ਕਮੀ ਆ ਸਕਦੀ ਹੈ, ਕਿਸੇ ਵੀ ਚੀਜ਼ ਦੀ ਤੋਟ ਆ ਸਕਦੀ ਹੈ? ਤੁਸੀਂ ਇਸ ਵਕਤ ਤੋਂ ਵੀ ਵਿਚਾਰ ਕਰੋ। ਅਸਨ ਬਸਨ ਭੂਖਣ ਧਨ ਪਾਰੀ, ਖਰਚੇ ਖਾਵੇ ਸੁਤਾ ਤੁਮਾਰੀ। ਕਹਿੰਦੇ ਘਰ ਦੇ ਵਿੱਚ ਕਿਸੇ ਅੰਨ ਪਦਾਰਥ ਦੀ ਲੋੜ ਹੈ, ਕੱਪੜਿਆਂ ਦੀ ਲੋੜ ਹੈ, ਗਹਿਣੇ ਗੱਡੇ ਦੀ ਲੋੜ ਹੈ, ਤੇ ਇਹ ਸਾਰੀਆਂ ਚੀਜ਼ਾਂ ਤਾਂ ਕਹਿੰਦੇ ਘਰ ਦੇ ਵਿੱਚ ਬਹੁਤ ਨੇ, ਬਹੁਤਾਤ ਮਾਤਰਾ ਦੇ ਵਿੱਚ ਨੇ। ਤੁਹਾਡੀ ਪੁੱਤਰੀ ਦੀ ਜਿਵੇਂ ਦੀ ਇੱਛਾ ਹੈ ਨਾ, ਉਸੇ ਦੇ ਅਨੁਸਾਰ ਇਹਨਾਂ ਧਨ ਪਦਾਰਥਾਂ ਦੀ ਵਰਤੋਂ ਕਰੇ। ਜਾਹੇ ਬਸਤ ਕੋ ਕਾਜ ਨਾ ਊਰਾ, ਉਚਰੋ ਆਪ ਕਰੋ ਮੈਂ ਪੂਰਾ। ਕਹਿੰਦੇ ਜੇਕਰ ਫਿਰ ਵੀ ਤੁਹਾਡੀ ਪੁੱਤਰੀ ਨੂੰ ਲੱਗਦਾ ਵੀ ਨੇ ਘਰ ਦੇ ਵਿੱਚ ਕਿਸੇ ਚੀਜ਼ ਦੀ ਕਮੀ ਪੇਸ਼ੀ ਹੈ, ਤਾਂ ਕਹਿੰਦੇ ਸਾਨੂੰ ਦੱਸਣਾ ਕਰੋ। ਕਹਿੰਦੇ ਮੈਂ ਖੁਦ ਉਹ ਸਾਰੀਆਂ ਚੀਜ਼ਾਂ ਤੁਹਾਡੇ ਘਰ ਦੇ ਵਿੱਚ ਪਹੁੰਚ ਦਿਆ ਕਰ ਦਵਾਂਗਾ। ਮਦਰ ਬਿਨੇ ਪ੍ਰਸ਼ੰਸਾ ਸਾਲੀ, ਸੁਣ ਮੂਲਾ ਪਾ ਸ਼ੀਤਲ ਚਾਲੀ। ਤੇ ਕਹਿੰਦੇ ਉਸਤਤ ਦੇ ਘਰ ਜਦੋਂ ਜੈ ਰਾਮ ਜੀ ਦੀ ਮਿੱਠੀ ਬਾਣੀ ਨਾ ਭਾਈ ਮੂਲਾ ਜੀ ਨੇ ਆਪਣੇ ਕੰਨਾਂ ਦੇ ਨਾਲ ਸੁਣੀ, ਤਾਂ ਮਿੱਠੇ ਬਚਨਾਂ ਦੇ ਨਾਲ ਹੀ ਭਾਈ ਮੂਲ ਚੰਦ ਜੀ ਦਾ ਗੁੱਸਾ ਜਿਹੜਾ ਸੀ ਉਹ ਠੰਡਾ ਪੈ ਗਿਆ। ਭਾਈ ਮੂਲ ਜੀ ਵੀ ਹੁਣ ਭਾਈ ਮੂਲਾ ਜੀ ਵੀ ਸ਼ਾਂਤ ਹੋ ਗਏ ਹਨ। ਉਦੋਂ ਕ੍ਰੋਧ ਮਨ ਪਾਵਕ ਜੈਸੇ, ਬਚਨ ਜੈ ਰਾਮ ਮਿਲੇ ਜਲ ਤੈਸੇ। ਤੇ ਕਹਿੰਦੇ ਜਿਵੇਂ ਕਿਤੇ ਅੱਗ ਲੱਗੀ ਹੋਵੇ ਨਾ, ਅੱਗ ਦੇ ਉੱਤੇ ਪਾਣੀ ਦਾ ਛਿੜਕਾਅ ਕਰ ਦਿੱਤਾ ਜਾਵੇ, ਪਾਣੀ ਸਿੱਟ ਦਿੱਤਾ ਜਾਵੇ ਤੇ ਉਹ ਅੱਗ ਬੁਝ ਜਾਂਦੀ ਹੈ ਨਾ। ਤੇ ਭਾਈ ਮੂਲ ਚੰਦ ਜੀ ਦੇ ਅੰਦਰ ਵੀ ਜਿਹੜੇ ਕ੍ਰੋਧ ਦੀ ਅੱਗ ਬਲਦੀ ਸੀ, ਤੇ ਭਾਈ ਜੈ ਰਾਮ ਜੀ ਨੇ ਜਦੋਂ ਠੰਡੇ ਜਲ ਦੇ ਵਰਗੇ ਆਪਣੇ ਮੁਖ ਤੋਂ ਬਚਨ ਉਚਾਰਨ ਕੀਤੇ ਨਾ, ਉਹ ਹਿਰਦੇ ਦਾ ਕ੍ਰੋਧ, ਸਾਰੇ ਦਾ ਸਾਰਾ ਕ੍ਰੋਧ ਹੀ ਸ਼ਾਂਤ ਹੋ ਗਿਆ ਹੈ। ਕਮਲ ਨੈਣ ਮੁਖ ਤੂਸ਼ਨ ਰਾਖੀ, ਜਨ ਜਨਕ ਸਮਗਰਾ ਨਾ ਭਾਖੀ। ਹੁਣ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਭਾਈ ਮੂਲਾ ਜੀ ਨੂੰ ਆਪਣੇ ਪਿਤਾ ਦੇ ਸਮਾਨ ਸਮਝਦੇ ਨੇ, ਤੇ ਜਿਵੇਂ ਆਪਣੇ ਪਿਤਾ ਜੀ ਦੇ ਸਾਹਮਣੇ ਕੁਝ ਵੀ ਨਹੀਂ ਨਾ ਬੋਲਦੇ ਸੀ। ਜਦੋਂ ਮਹਿਤਾ ਕਾਲੂ ਜੀ ਵੀ ਕ੍ਰੋਧ ਦੇ ਵਿੱਚ ਹੁੰਦੇ ਸਨ, ਕੋਈ ਗੁੱਸਾ ਕਰਦੇ ਸਨ, ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਚੁੱਪਚਾਪ ਉਹ ਸਾਰੀ ਵਿਚਾਰ ਸੁਣਦੇ ਸਨ। ਤੇ ਇਸੇ ਤਰ੍ਹਾਂ ਕਹਿੰਦੇ ਹੁਣ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਕੋਈ ਵੀ ਬਚਨ ਨਹੀਂ ਉਚਾਰਨ ਕੀਤੇ, ਸਦਾ ਚੁੱਪਚਾਪ ਸਾਰਾ ਕੁਝ ਹੀ ਸੁਣਦੇ ਰਹੇ ਹਨ। ਇੱਕ ਨਿਸ ਬਸ ਕਰ ਸੁਤਾ ਆਵਾਸਾ, ਦਈ ਤੀਰ ਕਹਿ ਕਰ ਸੁਖ ਰਾਸਾ।
ਤੇ ਇਸੇ ਤਰ੍ਹਾਂ ਕਹਿੰਦੇ ਆਪਣੀ ਪੁੱਤਰੀ ਦੇ ਘਰ ਇੱਕ ਦਿਨ ਠਹਿਰ ਕੇ ਆਪਣੀ ਪੁੱਤਰੀ ਨੂੰ ਫਿਰ ਅਸੀਸਾਂ ਦਿੰਦੇ ਨੇ ਭਾਈ ਮੂਲਾ ਜੀ, ਤੇ ਉਹਨਾਂ ਨੂੰ ਪਿਆਰ ਵੰਡਦੇ ਨੇ ਤੇ ਆਖਦੇ ਨੇ ਤੁਹਾਨੂੰ ਅਨੇਕਾਂ ਹੀ ਸੁੱਖ ਪ੍ਰਾਪਤ ਹੋਣਗੇ। ਮੈਂ ਸਾਰੀ ਗੱਲਬਾਤ ਉਹਨਾਂ ਨਾਲ ਕਰ ਆਇਆ ਹਾਂ, ਸਾਰੇ ਪੱਖਾਂ ਤੋਂ ਵਿਚਾਰ ਕਰ ਆਇਆ ਹਾਂ, ਤੁਹਾਨੂੰ ਹੁਣ ਤੋਂ ਸੁੱਖ ਪ੍ਰਾਪਤ ਹੋਣਗੇ। ਪੁਨ ਗਮਨਿਓ ਨਿਜ ਨਗਰ ਮਜਾਰਾ, ਸਭ ਬਰਤਾਂਤ ਡਿਗ ਪਤਨ ਉਚਾਰਾ। ਤੇ ਇਸੇ ਤਰ੍ਹਾਂ ਕਹਿੰਦੇ ਹੁਣ ਭਾਈ ਮੂਲਾ ਜੀ ਆਪਣੇ ਨਗਰ ਦੇ ਵਿੱਚ ਪਹੁੰਚ ਗਏ ਨੇ ਤੇ ਸਾਰੀ ਵਾਰਤਾ ਜਾ ਕੇ ਆਪਣੀ ਪਤਨੀ ਨੂੰ ਦੱਸਣਾ ਕੀਤੀ ਹੈ। ਕੇਤਕ ਦਿਓਸ ਬਤੀਤੇ ਜਬਹੀ, ਆਈ ਚੰਦੋ ਰਾਣੀ ਤਬਹੀ। ਤੇ ਕਹਿੰਦੇ ਜਦ ਕੁਝ ਦਿਨ ਇਸ ਤਰ੍ਹਾਂ ਬੀਤ ਗਏ ਨੇ ਤੇ ਬੇਬੇ ਸੁਲੱਖਣੀ ਜੀ ਦੇ ਮਾਤਾ ਜੀ ਬੀਬੀ ਚੰਦੋ ਰਾਣੀ ਜੀ ਹੁਣ ਫਿਰ ਸੁਲਤਾਨਪੁਰ ਦੀ ਧਰਤੀ ਨੂੰ ਆ ਰਹੇ ਨੇ। ਇੱਥੋਂ ਤੱਕ ਦਾ ਪ੍ਰਸੰਗ ਅੱਜ ਦੇ ਦੀਵਾਨਾਂ ਦੇ ਵਿੱਚ ਸਰਵਣ ਕਰ ਚੁੱਕੇ ਹਾਂ। ਰਹਿੰਦੀਆਂ ਵਿਚਾਰਾਂ ਅਸੀਂ ਕੱਲ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਵਿਚਾਰਾਂ ਕਰਦਿਆਂ ਭੁੱਲਾਂ ਚੁੱਕਾ ਹੋ ਜਾਣੀਆਂ ਸੁਭਾਵਿਕ ਨੇ, ਗੁਰੂ ਅਤੇ ਗੁਰੂ ਦੀ ਸੰਗਤ ਬਖਸ਼ਣਯੋਗ ਹੈ। ਬਖਸ਼ਦੇ ਹੋਏ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।